ਡੀਅਰ ਸਟੂਡੈਂਟਸ ਵੈਲਕਮ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਬੀਐਡ ਸਮੈਸਟਰ ਸੈਕੰਡ ਦੇ ਨਾਲ ਰਿਲੇਟਡ ਹੈ। ਜਿਹੜਾ ਤੁਹਾਡਾ ਪੇਪਰ ਹੈ ਸਕੂਲ ਮੈਨੇਜਮੈਂਟ, ਉਹਦੇ ਵਿੱਚ ਟੌਪਿਕ ਹੈ ਟਾਈਮ ਟੇਬਲ। ਇਸ ਵੀਡੀਓ ਦੇ ਵਿੱਚ ਅਸੀਂ ਟਾਈਮ ਟੇਬਲ ਦਾ ਮੀਨਿੰਗ, ਕਰੈਕਟਰਿਸਟਿਕਸ, ਉਹਦੀਆਂ ਡੈਫੀਨੇਸ਼ਨਸ ਅਤੇ ਸਟੈਪਸ ਆਫ ਪ੍ਰਪੇਅਰਿੰਗ ਟਾਈਮ ਟੇਬਲ ਨੂੰ ਬਣਾਉਣ ਦੇ ਜਿਹੜੇ ਸਟੈਪਸ ਨੇ ਇਹਦੇ ਬਾਰੇ ਡਿਸਕਸ ਕਰਾਂਗੇ। ਟਾਈਮ ਟੇਬਲ ਬਹੁਤ ਜ਼ਰੂਰੀ ਹੈ, ਸਕੂਲ ਹੈ ਭਾਵੇਂ ਕਾਲਜ ਹੈ, ਕਿਉਂਕਿ ਇਹਦੇ ਨਾਲ ਅਸੀਂ ਜਿਹੜੀਆਂ ਪੂਰੀਆਂ ਐਕਟੀਵਿਟੀਜ਼ ਕਰਵਾਉਣੀਆਂ, ਭਾਵੇਂ ਉਹ ਬੱਚਿਆਂ ਦੀਆਂ ਲੋੜਾਂ ਨਾਲ ਸੰਬੰਧਿਤ ਨੇ, ਟੀਚਰਸ ਦੀਆਂ ਲੋੜਾਂ ਨਾਲ ਸੰਬੰਧਿਤ ਨੇ, ਭਾਵੇਂ ਕੁਝ ਓਬਜੈਕਟਿਵਸ ਨੇ, ਉਹਨਾਂ ਨੂੰ ਅਸੀਂ ਟਾਈਮ ਟੇਬਲ ਦੀ ਮਦਦ ਦੇ ਨਾਲ ਹੀ ਕੰਪਲੀਟ ਕਰ ਸਕਦੇ ਹਾਂ। ਇਹਦੀ ਡੈਫੀਨੇਸ਼ਨਸ, ਪਿਟਮੈਨ ਦੇ ਅਨੁਸਾਰ ਚੰਗੀ ਤਰਤੀਬ ਨਾਲ ਬਣਾਇਆ ਟਾਈਮ ਟੇਬਲ ਇੱਕ ਚੰਗੇ ਸੁਦ੍ਰਿੜ ਦਿਮਾਗ ਦੀ ਨਿਸ਼ਾਨੀ ਹੈ। Well arranged timetable is the surest mark of a well arranged mind। ਤੁਸੀਂ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ ਹੋ, ਜਾਂ ਤੁਸੀਂ ਆਪਣੇ ਕੋਲ ਜੇ ਕੋਈ ਨੋਟਸ ਵਗੈਰਾ ਬਣਾ ਰਹੇ ਹੋ ਤਾਂ ਉਹਦੇ ਤੇ ਨੋਟ ਡਾਊਨ ਕਰ ਸਕਦੇ ਹੋ ਨੋਟਬੁੱਕ ਵਗੈਰਾ ਤੇ। ਡਾਕਟਰ ਜਸਵੰਤ ਸਿੰਘ ਦੇ ਅਨੁਸਾਰ ਟਾਈਮ ਟੇਬਲ ਸਕੂਲ ਦਾ ਸਪਾਰਕ ਪਲੱਗ ਹੈ ਜੋ ਸਕੂਲ ਦੇ ਵੱਖ-ਵੱਖ ਕੰਮਾਂ ਤੇ ਪ੍ਰੋਗਰਾਮਾਂ ਨੂੰ ਸੰਚਾਲਿਤ ਕਰਦਾ ਹੈ। The schedule is the spark plug of the school which sets into motion its various activities and programs। ਤੁਸੀਂ ਜਿਹੜੀਆਂ ਇਹ ਡੈਫੀਨੇਸ਼ਨਸ ਨੇ ਆਪਣੇ ਅਕੋਰਡਿੰਗ ਕਰ ਸਕਦੇ ਹੋ, ਜੋ ਤੁਹਾਨੂੰ ਈਜ਼ੀ ਲੱਗਦੀਆਂ ਨੇ। ਮੈਂ ਤੁਹਾਨੂੰ ਦੋ ਜਿਹੜੀਆਂ ਬਿਲਕੁਲ ਸੌਖੀਆਂ ਨੇ ਉਹ ਦੱਸੀਆਂ। ਨੈਕਸਟ ਇੱਕ ਹੋਰ ਤੁਹਾਨੂੰ ਇੰਗਲਿਸ਼ ਦੇ ਵਿੱਚ ਦੱਸ ਰਹੀ ਹਾਂ। ਇਟ ਇਜ਼ ਅ ਟਾਈਮ ਟੇਬਲ ਦੈਟ ਸਪਲਾਈਜ਼ ਦਾ ਫਰੇਮਵਰਕ ਵਿਦ ਇਨ ਵਿਚ ਦਾ ਵਰਕ ਆਫ ਦਾ ਸਕੂਲ ਪ੍ਰੋਸੀਡਸ। It is the instrument through which the purpose of the school is to function। ਇਹ ਡੈਫੀਨੇਸ਼ਨ ਹੈ H.G. Stead ਦੀ। ਅਕੋਰਡਿੰਗ ਟੂ ਲੇਮੈਨ ਟਾਈਮ ਟੇਬਲ ਸਕੂਲ ਦੀ ਅਜਿਹੀ ਸਥਿਤੀ ਹੈ ਜਿਹੜੀ ਇਸ ਦੀਆਂ ਸਰਗਰਮੀਆਂ ਅਤੇ ਪ੍ਰੋਗਰਾਮਾਂ ਨੂੰ ਹਰਕਤ ਵਿੱਚ ਲਿਆਉਂਦੀ ਹੈ। ਤੁਸੀਂ ਜੋ ਡੈਫੀਨੇਸ਼ਨ ਇੱਥੇ ਦੇਖ ਰਹੇ ਹੋ, ਇਹਦੇ ਵਿੱਚ ਜੋ ਤੁਹਾਨੂੰ ਈਜ਼ੀ ਲੱਗਦੀਆਂ, ਬਿਲਕੁਲ ਸਹੀ ਤਰੀਕੇ ਨਾਲ ਸਮਝ ਆਉਂਦੀਆਂ, ਉਹਨਾਂ ਨੂੰ ਕਰ ਸਕਦੇ ਹੋ। ਡੈਫੀਨੇਸ਼ਨ ਤੋਂ ਬਾਅਦ ਸਾਨੂੰ ਜਿਹੜੀਆਂ ਟਾਈਮ ਟੇਬਲ ਦੀਆਂ ਕਰੈਕਟਰਿਸਟਿਕਸ ਨੇ ਉਹ ਕਲੀਅਰ ਹੋ ਜਾਂਦੀਆਂ ਵੀ ਕਿਹੜੀਆਂ। ਕਰੈਕਟਰਿਸਟਿਕਸ ਆਫ ਅ ਗੁੱਡ ਟਾਈਮ ਟੇਬਲ। ਸਭ ਤੋਂ ਪਹਿਲਾਂ ਕੰਪਲੀਟ ਇਨਫੋਰਮੇਸ਼ਨ। ਇੱਕ ਜਿਹੜਾ ਟਾਈਮ ਟੇਬਲ ਹੈ ਉਹ ਇਸ ਤਰੀਕੇ ਨਾਲ ਬਣਾਇਆ ਜਾਂਦਾ ਜਿਹਦੇ ਵਿੱਚ ਸਕੂਲ ਦੀਆਂ ਕੋ ਕਰਿਕੂਲਰ ਐਕਟੀਵਿਟੀਜ਼ ਅਤੇ ਜਿਹੜੀਆਂ ਅਕੈਡੈਮਿਕ ਐਕਟੀਵਿਟੀਜ਼ ਨੇ ਉਹਨਾਂ ਨਾਲ ਰਿਲੇਟਡ ਸਾਰੀ ਜੀ ਇਨਫੋਰਮੇਸ਼ਨ ਹੈ। ਕਦੋਂ ਛੁੱਟੀ ਹੁੰਦੀ ਹੈ, ਕੀ ਮਾਰਨਿੰਗ ਅਸੈਂਬਲੀ ਦਾ ਟਾਈਮ ਹੈ, ਕਿੰਨੇ ਟਾਈਮ ਦੀ ਹੈ, ਕਿੰਨੇ ਟਾਈਮ ਦੀ ਬ੍ਰੇਕ ਹੈ, ਕਿਹੜੇ ਕੰਮ ਨੂੰ ਕਿੰਨਾ ਟਾਈਮ ਦਿੱਤਾ ਜਾ ਰਿਹਾ, ਸਾਨੂੰ ਪੂਰੀ ਉਹਦੇ ਬਾਰੇ ਜਿਹੜੀ ਇਨਫੋਰਮੇਸ਼ਨ ਆ ਉਹ ਮਿਲਦੀ ਹੈ। ਨੋ ਡਿਸਕ੍ਰਿਮੀਨੇਸ਼ਨ। ਅਗਲੀ ਵਿਸ਼ੇਸ਼ਤਾ ਇਹ ਹੈ ਇੱਕ ਚੰਗੇ ਟਾਈਮ ਟੇਬਲ ਦੀ ਕਿ ਇਹਦੇ ਵਿੱਚ ਕਿਸੇ ਵੀ ਟੀਚਰ ਦੇ ਨਾਲ ਅਤੇ ਕਿਸੇ ਵੀ ਸਬਜੈਕਟ ਦੇ ਨਾਲ ਕੋਈ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਉਹ ਨਹੀਂ ਕੀਤਾ ਜਾਂਦਾ। ਸਾਰਿਆਂ ਨੂੰ ਪ੍ਰੋਪਰ ਜਿਹੜਾ ਵਰਕ ਹੈ ਉਹ ਦਿੱਤਾ ਜਾਂਦਾ ਹੈ। ਪ੍ਰੋਪਰ ਟਾਈਮ ਟੂ ਕੋ ਕਰਿਕੂਲਰ ਐਕਟੀਵਿਟੀਜ਼। ਇੱਕ ਚੰਗੇ ਟਾਈਮ ਟੇਬਲ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹਦੇ ਵਿੱਚ ਜਿਹੜੀਆਂ ਵੀ ਕੋ ਕਰਿਕੂਲਰ ਐਕਟੀਵਿਟੀਜ਼ ਸਕੂਲ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਪ੍ਰੋਪਰ ਜਿਹੜਾ ਟਾਈਮ ਹੈ ਉਹ ਦਿੱਤਾ ਜਾਂਦਾ ਹੈ ਹਰ ਇੱਕ ਐਕਟੀਵਿਟੀ ਨੂੰ ਜਿੰਨੇ ਟਾਈਮ ਦੀ ਜ਼ਰੂਰਤ ਹੈਗੀ ਹੈ। ਫਲੈਕਸੀਬਿਲਿਟੀ। ਜਿਹੜਾ ਚੰਗਾ ਟਾਈਮ ਟੇਬਲ ਹੁੰਦਾ ਹੈ ਉਹਦੇ ਵਿੱਚ ਫਲੈਕਸੀਬਿਲਿਟੀ ਵੀ ਹੁੰਦੀ ਹੈ। ਅਗਰ ਕਿਸੇ ਵੀ ਰੀਜ਼ਨ ਕਰਕੇ ਅਸੀਂ ਕੋਈ ਥੋੜ੍ਹੀ ਬਹੁਤੀ ਹੇਰ ਫੇਰ ਕਰਨੀ ਹੈ ਕਿ ਕੋਈ ਇੱਕ ਟੀਚਰ ਦੀ ਜਾਂ ਐਡਜਸਟਮੈਂਟ ਲਗਾਉਣੀ ਹੈ, ਉਹ ਟੀਚਰ ਨੂੰ ਕੋਈ ਕੰਮ ਹੋ ਗਿਆ ਤਾਂ ਅਸੀਂ ਉਹਦੇ ਵਿੱਚ ਪ੍ਰੋਪਰ ਅਸੀਂ ਸਹੀ ਕੰਮ ਕਰ ਸਕਦੇ ਹਾਂ। ਫਲੈਕਸੀਬਲ ਹੋਣਾ ਜ਼ਰੂਰੀ ਹੈ ਟਾਈਮ ਟੇਬਲ। ਵੈਲ ਪਲੈਨਡ। ਅਗਲੀ ਵਿਸ਼ੇਸ਼ਤਾ ਹੈ ਕਿ ਜਿਹੜਾ ਟਾਈਮ ਟੇਬਲ ਉਹ ਵੈਲ ਪਲੈਨਡ ਹੁੰਦਾ ਹੈ, ਹੋਣਾ ਵੀ ਚਾਹੀਦਾ ਹੈ। ਚਾਈਲਡ ਸੈਂਟਰਡ। ਜਿਹੜਾ ਟਾਈਮ ਟੇਬਲ ਉਹ ਬੱਚਿਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਿਆ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਪੜ੍ਹਾਉਣਾ ਬੱਚਿਆਂ ਨੂੰ ਹੈ। ਅਸੀਂ ਟੀਚਰ ਨੂੰ ਨਹੀਂ ਦੇਖਣਾ, ਅਸੀਂ ਬੱਚਿਆਂ ਨੂੰ ਦੇਖਣਾ ਹੈ ਕਿ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਜਿਹੜਾ ਵਰਕਲੋਡ ਹੈ, ਕਿੰਨੇ ਟਾਈਮ ਤੱਕ ਅਸੀਂ ਕਿਹੜੇ ਸਬਜੈਕਟ ਦਾ ਦੇ ਸਕਦੇ ਹਾਂ। ਪ੍ਰੋਪਰ ਡਿਵੀਜ਼ਨ ਆਫ ਵਰਕ। ਅਗਲੀ ਵਿਸ਼ੇਸ਼ਤਾ ਇਹ ਹੈ ਗੁੱਡ ਟਾਈਮ ਟੇਬਲ ਦੀ ਕਿ ਇਹਦੇ ਵਿੱਚ ਜਿਹੜਾ ਕੰਮ ਹੈ ਉਹਦੀ ਪ੍ਰੋਪਰ ਜਿਹੜੀ ਡਿਵੀਜ਼ਨ ਹੈ, ਪ੍ਰੋਪਰ ਵੰਡ ਹੈ ਕੰਮ ਦੀ, ਉਹ ਕੀਤੀ ਹੁੰਦੀ ਹੈ। ਪ੍ਰੋਪਰ ਯੂਟੀਲਾਈਜੇਸ਼ਨ ਆਫ ਟਾਈਮ। ਕਿਸੇ ਵੀ ਸਕੂਲ ਦਾ ਜਾਂ ਕਾਲਜ ਦਾ ਜਿੰਨਾ ਟਾਈਮ ਹੁੰਦਾ ਤਾਂ ਉਹਨੂੰ ਅਸੀਂ ਪ੍ਰੋਪਰ ਯੂਟੀਲਾਈਜ਼ ਕਰਨਾ ਹੁੰਦਾ। ਯੂਟੀਲਾਈਜ਼ ਕਰਨਾ ਮਤਲਬ ਅਸੀਂ ਇੱਕ ਟਾਈਮ ਟੇਬਲ ਦੇ ਵਿੱਚ ਉਹਨੂੰ ਸਹੀ ਤਰੀਕੇ ਨਾਲ ਵੰਡਣਾ ਹੁੰਦਾ ਹੈ ਕਿ ਕਿਹੜੇ ਟੀਚਰ ਨੂੰ ਕਿੰਨੇ ਪੀਰੀਅਡ ਅਸੀਂ ਦੇਣੇ ਨੇ ਅਤੇ ਕਿਵੇਂ ਅਸੀਂ ਕੰਮ ਕਰਨਾ ਹੈ ਅਤੇ ਕਿਹੜੀ ਐਕਟੀਵਿਟੀ ਨੂੰ ਕਿੰਨਾ ਟਾਈਮ ਦੇਣਾ ਹੈ। ਜੇ 9 ਤੋਂ 3 ਦਾ ਟਾਈਮ ਹੈ ਤਾਂ ਅਸੀਂ ਪੂਰੇ 9 ਤੋਂ 3 ਜਿੰਨੇ ਘੰਟੇ ਬਣਦੇ ਆ ਉਹਨੂੰ ਸਹੀ ਤਰੀਕੇ ਨਾਲ ਯੂਟੀਲਾਈਜ਼ ਕਰਨਾ ਹੁੰਦਾ ਹੈ। ਅਕੋਰਡਿੰਗ ਟੂ ਨੀਡਸ। ਅਗਲੀ ਵਿਸ਼ੇਸ਼ਤਾ ਇਹ ਹੈ ਇੱਕ ਚੰਗੇ ਟਾਈਮ ਟੇਬਲ ਦੀ ਕਿ ਇਹ ਲੋੜਾਂ ਦੇ ਅਨੁਸਾਰ ਹੁੰਦਾ ਹੈ।
ਜਿਹੜੇ ਜਿਹੜੇ ਕਿਸੇ ਵੀ ਇੰਸਟੀਚਿਊਟ ਦੀਆਂ ਲੋੜਾਂ ਹੁੰਦੀਆਂ ਨੇ ਉਹਦੇ ਅਕੋਰਡਿੰਗ ਹੀ ਇਹਨੂੰ ਬਣਾਇਆ ਜਾਂਦਾ ਹੈ। ਪ੍ਰੋਪਰ ਟਾਈਮ ਟੂ ਐਵਰੀ ਸਬਜੈਕਟ, ਜਿੰਨੇ ਵੀ ਸਬਜੈਕਟ ਹੁੰਦੇ ਆ ਕਿਸੇ ਵੀ ਕਲਾਸ ਦੇ, ਕਿਸੇ ਵੀ ਕੋਰਸ ਦੇ, ਉਹਨਾਂ ਨੂੰ ਜਿਹੜਾ ਪ੍ਰੋਪਰ ਟਾਈਮ ਹੈ ਉਹ ਇਸ ਟਾਈਮ ਟੇਬਲ ਦੇ ਵਿੱਚ ਦਿੱਤਾ ਜਾਂਦਾ ਹੈ। ਕਲੈਰਿਟੀ, ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਬਿਲਕੁਲ ਕਲੀਅਰ ਹੁੰਦਾ ਹੈ। ਜੋ ਵੀ ਕਿਸੇ ਨੂੰ ਜਿੰਨਾ ਕੰਮ ਦਿੱਤਾ ਗਿਆ ਹੈ, ਕਿਹੜੇ ਟੀਚਰ ਨੂੰ ਕਿਹੜਾ ਸਬਜੈਕਟ ਹੈ, ਪੂਰਾ ਇਹਦੇ ਵਿੱਚ ਕਲੀਅਰ ਜਿਹੜਾ ਉਹ ਮੈਂਸ਼ਨ ਕੀਤਾ ਜਾਂਦਾ ਹੈ। ਫੁਲਫਿਲਮੈਂਟ ਆਫ ਏਮਸ, ਜਿਹੜੇ ਵੀ ਕਿਸੇ ਵੀ ਇੰਸਟੀਚਿਊਟ ਦੇ ਏਮਸ ਹੁੰਦੇ ਨੇ, ਭਾਵੇਂ ਐਜੂਕੇਸ਼ਨਲ ਏਮਸ ਨੇ, ਭਾਵੇਂ ਬੱਚਿਆਂ ਦੀ ਡਿਵੈਲਪਮੈਂਟ ਦੀ ਗੱਲ ਕਰੀਏ, ਉਹਨਾਂ ਨੂੰ ਪੂਰਾ ਕਿਹਨੇ ਕਰਨਾ ਹੁੰਦਾ ਹੈ, ਟਾਈਮ ਟੇਬਲ ਨੇ। ਟਾਈਮ ਟੇਬਲ ਦੇ ਅਕੋਰਡਿੰਗ ਹੀ ਸਾਰੇ ਜਿਹੜੇ ਏਮਸ ਨੇ ਉਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇੱਕ ਚੰਗਾ ਟਾਈਮ ਟੇਬਲ ਉਹ ਹੋਏਗਾ ਜਿਹੜਾ ਸਾਰੇ ਹੀ ਏਮਸ ਨੂੰ ਪੂਰਾ ਕਰਦਾ ਹੋਏਗਾ। ਰੀਕ੍ਰੀਏਸ਼ਨਲ, ਮਨੋਰੰਜਕ ਵੀ ਹੋਣਾ ਚਾਹੀਦਾ ਹੈ, ਕੁਛ ਉਹਦੇ ਵਿੱਚ ਨਵਾਂ ਵੀ ਹੁੰਦਾ ਹੋਵੇ ਟਾਈਮ ਟੇਬਲ ਦੇ ਵਿੱਚ। ਇਹ ਨਹੀਂ ਹੈ ਵੀ ਡੇਲੀ ਬੱਚੇ ਸਿਰਫ ਪੜ੍ਹ ਹੀ ਰਹੇ ਨੇ, ਰਿਟਨ ਟੈਸਟ ਹੀ ਦੇ ਰਹੇ ਨੇ। ਜਿੱਦਾਂ ਕਿ ਕੋਈ ਲਾਇਬ੍ਰੇਰੀ ਦੇ ਲਈ ਟਾਈਮ, ਕੋਈ ਐਕਟੀਵਿਟੀਜ਼ ਦੇ ਲਈ ਟਾਈਮ ਟੇਬਲ ਦੇ ਵਿੱਚ, ਕੋਈ ਗੇਮਸ ਦਾ ਪੀਰੀਅਡ, ਕੋਈ ਜਿਹੜੀਆਂ ਐਕਸਟਰਾ ਐਕਟੀਵਿਟੀਜ਼ ਨੇ ਉਹ ਵੀ ਕਰਵਾਈਆਂ ਜਾ ਸਕਦੀਆਂ ਨੇ। ਇਹ ਸਾਰਾ ਕੁਛ ਜਿਹੜਾ ਹੈਗਾ ਟਾਈਮ ਟੇਬਲ ਮਤਲਬ ਰੀਕ੍ਰੀਏਸ਼ਨਲ ਹੋਣਾ ਜ਼ਰੂਰੀ ਹੈ। ਕੰਟੀਨਿਊਟੀ, ਜਿਹੜਾ ਟਾਈਮ ਟੇਬਲ ਆ ਉਹਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹਦੇ ਵਿੱਚ ਕੰਟੀਨਿਊਟੀ ਹੋਣੀ ਜ਼ਰੂਰੀ ਹੈ, ਲਗਾਤਾਰਤਾ ਹੋਣੀ ਜ਼ਰੂਰੀ ਹੈ। ਜੇ ਅਸੀਂ ਇੱਕ ਪੀਰੀਅਡ ਤੋਂ ਲਗਾ ਦਿੱਤਾ, ਬਾਕੀ ਉਸ ਤੋਂ ਬਾਅਦ ਅਗਲਾ ਫ੍ਰੀ ਛੱਡਤਾ ਟਾਈਮ, ਵੀ ਕਿਸੇ ਵੀ ਟੀਚਰ ਨੂੰ ਕੋਈ ਵੀ ਕਲਾਸ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਤਾਂ ਜਿਹੜਾ ਪ੍ਰੋਪਰ ਟਾਈਮ ਟੇਬਲ ਆ ਉਹ ਨਹੀਂ ਚੱਲੇਗਾ। ਇਸ ਕਰਕੇ ਜਿਹੜੀ ਕੰਟੀਨਿਊਟੀ ਆ ਉਹ ਇਹਦੇ ਵਿੱਚ ਹੋਣੀ ਜ਼ਰੂਰੀ ਹੈ। ਹੁਣ ਅਸੀਂ ਜਿਹੜੀ ਮੇਨ ਗੱਲ ਕਰਾਂਗੇ ਉਹ ਹੈ ਸਟੈਪਸ ਆਫ ਪ੍ਰੀਪੇਅਰਿੰਗ ਟਾਈਮ ਟੇਬਲ। ਟਾਈਮ ਟੇਬਲ ਨੂੰ ਬਣਾਉਣ ਦੇ ਲਈ ਕਿਹੜੇ ਕਿਹੜੇ ਜਿਹੜੇ ਸਟੈਪਸ ਨੇ, ਕਿਹੜੇ ਕਿਹੜੇ ਪੜਾਅ ਨੇ, ਉਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਹੈ। ਟਾਈਮ ਟੇਬਲ ਬਣਾਉਣਾ ਕੋਈ ਸੌਖੀ ਗੱਲ ਨਹੀਂ। ਇਹਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜਾ ਪਰਸਨ ਆ ਉਹ ਐਕਸਪੀਰੀਅੰਸਡ ਚਾਹੀਦਾ ਹੈ, ਜਿਹਨੂੰ ਪਤਾ ਹੋਵੇ ਕਿ ਜਿਹੜਾ ਟਾਈਮ ਟੇਬਲ ਹੈ ਮੈਂ ਕਿਸ ਤਰੀਕੇ ਨਾਲ ਪ੍ਰੀਪੇਅਰ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਫਸਟ ਸਟੈਪ ਦੀ। ਫਸਟ ਸਟੈਪ ਦੇ ਵਿੱਚ ਅਸੀਂ ਇਹ ਦੇਖਾਂਗੇ ਅਧਿਆਪਕ ਕਿੰਨੇ ਨੇ, ਕਿੰਨੀਆਂ ਕਲਾਸਾਂ ਨੇ, ਕਮਰਿਆਂ ਦੀ ਗਿਣਤੀ ਕਿੰਨੀ ਹੈ, ਤੇ ਵਿਭਾਗ ਦੁਆਰਾ ਵੱਖ-ਵੱਖ ਜਮਾਤਾਂ ਦੇ ਲਈ ਇੱਕ ਟੀਚਰ ਨੂੰ ਕਿੰਨੇ ਪੀਰੀਅਡ ਦਿੱਤੇ ਗਏ ਨੇ, ਤੇ ਉਹਦੇ ਅਕੋਰਡਿੰਗ ਜਿਹੜੇ ਅਧਿਆਪਕ ਨੇ ਉਹਨਾਂ ਦੀ ਯੋਗਤਾਵਾਂ। ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਪਹਿਲੇ ਸਟੈਪ ਦੇ ਵਿੱਚ ਇਕੱਠੀ ਕੀਤੀ ਜਾਂਦੀ ਹੈ। ਸੈਕੰਡ ਸਟੈਪ, ਇਸ ਸਟੈਪ ਦੇ ਵਿੱਚ ਜਿਹੜੇ ਪ੍ਰੈਕਟੀਕਲ ਸਬਜੈਕਟ ਨੇ ਉਹਨਾਂ ਬਾਰੇ ਸੂਚਨਾ ਇਕੱਠੀ ਕੀਤੀ ਜਾਂਦੀ ਹੈ ਕਿ ਕਿੰਨੇ ਸਬਜੈਕਟ ਨੇ। ਜਿਵੇਂ ਕਿ ਸਕੂਲ ਦੇ ਵਿੱਚ ਸਾਇੰਸ ਹੋ ਗਿਆ, ਜੀਓਗ੍ਰਾਫੀ ਹੋ ਗਿਆ, ਇਹਨਾਂ ਦੀ ਲੈਬਸ ਹੁੰਦੀਆਂ। ਖੇਡ ਦਾ ਮੈਦਾਨ, ਡਰਾਇੰਗ ਰੂਮ ਤੇ ਕੰਪਿਊਟਰ ਰੂਮ, ਇਹ ਕਿੰਨੇ ਨੇ, ਉਹਦੇ ਅਕੋਰਡਿੰਗ ਜਿਹੜਾ ਟਾਈਮ ਟੇਬਲ ਉਹ ਸੈੱਟ ਹੋਏਗਾ। ਹੁਣ ਜੇਕਰ ਅਸੀਂ ਸਾਰੀਆਂ ਕਲਾਸਿਸ ਦਾ ਜਿਹੜਾ ਟਾਈਮ ਟੇਬਲ ਸੈੱਟ ਕਰਦੇ ਹਾਂ ਕਿ ਹਾਂਜੀ ਲੈਬ ਦੇ ਵਿੱਚ ਜਾਣਾ ਹੈ, ਤਾਂ ਉਹ ਕਿਵੇਂ ਪੋਸੀਬਲ ਹੋਏਗਾ। ਇਸ ਕਰਕੇ ਕੀ ਦੇਖਣਾ ਹੈ, ਪ੍ਰੈਕਟੀਕਲ ਵਿਸ਼ੇ ਕਿਹੜੇ ਕਿਹੜੇ ਨੇ, ਖੇਡ ਦੇ ਮੈਦਾਨ ਕਿੰਨੇ ਨੇ, ਡਰਾਇੰਗ ਰੂਮ ਕਿੰਨੇ ਨੇ, ਤੇ ਜਿਹੜੇ ਕੰਪਿਊਟਰ ਰੂਮ ਨੇ ਉਹ ਕਿੰਨੇ ਨੇ। ਇਹ ਸਾਰਾ ਕੁਝ ਦੇਖਣਾ ਜ਼ਰੂਰੀ ਹੈ। ਤੀਸਰੇ ਸਟੈਪ ਦੇ ਵਿੱਚ ਸਕੂਲ ਦੇ ਵਿੱਚ ਕਿੰਨੇ ਕਮਰੇ ਨੇ ਤੇ ਕਿੰਨੇ ਵਿਦਿਆਰਥੀ ਪੜ੍ਹ ਰਹੇ ਨੇ, ਉਹਨਾਂ ਦੇ ਅਕੋਰਡਿੰਗ ਜਿਹੜੀ ਜਾਣਕਾਰੀ ਇਕੱਠੀ ਕਰਕੇ ਟਾਈਮ ਟੇਬਲ ਦੇ ਅਗਲੇ ਸਟੈਪ ਵੱਲ ਵਧਿਆ ਜਾਏਗਾ। ਫੋਰਥ ਸਟੈਪ ਕੀ ਹੈ, ਜਿਹੜਾ ਪਿਛਲੇ ਸੈਸ਼ਨ ਦੇ ਵਿੱਚ ਟਾਈਮ ਟੇਬਲ ਚੱਲ ਰਿਹਾ ਸੀ ਉਹਦੇ ਆਧਾਰ 'ਤੇ ਅਧਿਆਪਕਾਂ ਦੁਆਰਾ ਕੀਤੇ ਕੰਮ ਤੇ ਜਿਹੜੇ ਪੀਰੀਅਡ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਨੋਟ ਕਰ ਲਈ ਜਾਂਦੀ ਹੈ। ਫਾਈਨਲ ਜਿਹੜਾ ਸਟੈਪ ਹੈ, ਜਦੋਂ ਸਾਰੀਆਂ ਜਿਹੜੇ ਉੱਪਰਲੇ 4 ਸਟੈਪ ਨੇ ਉਹ ਕੰਪਲੀਟ ਕਰ ਲਏ ਜਾਂਦੇ ਨੇ, ਸਾਰੀ ਜਿਹੜੀ ਇਨਫੋਰਮੇਸ਼ਨ ਉਹ ਇਕੱਠੀ ਹੋ ਜਾਂਦੀ ਹੈ, ਤਾਂ ਇਹਨਾਂ ਦੇ ਆਧਾਰ 'ਤੇ ਜਿਹੜਾ ਟਾਈਮ ਟੇਬਲ ਆ ਉਹ ਬਣਾਇਆ ਜਾਂਦਾ ਹੈ। ਟਾਈਮ ਟੇਬਲ 2 ਤਰ੍ਹਾਂ ਦੇ ਨਾਲ ਬਣਦਾ ਹੈ। ਪਹਿਲਾ ਹੈਗਾ ਕਲਾਸ ਦੇ ਅਕੋਰਡਿੰਗ, ਜਮਾਤ ਦਾ ਟਾਈਮ ਟੇਬਲ ਕਹਿ ਲਓ, ਕਲਾਸ ਟਾਈਮ ਟੇਬਲ, ਉਹਦੇ ਅਕੋਰਡਿੰਗ ਹਰੇਕ ਕਲਾਸ ਦਾ ਵੱਖਰਾ ਵੱਖਰਾ ਹੁੰਦਾ ਹੈ, ਤੇ ਫਿਰ ਉਸ ਦੇ ਆਧਾਰ 'ਤੇ ਟੀਚਰ ਟਾਈਮ ਟੇਬਲ। ਇਹ ਹੈਗਾ ਫਾਈਨਲ ਸਟੈਪ। ਤੇ ਡੀਅਰ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਾਲਾ ਜਿਹੜਾ ਟੌਪਿਕ ਹੈ ਅੱਛੇ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ। ਨੈਕਸਟ ਜਿਹੜੀਆਂ ਵੀਡੀਓਜ਼ ਨੇ ਇਸ ਸਬਜੈਕਟ ਦੇ ਨਾਲ ਰਿਲੇਟਡ ਮੈਂ ਹੁਣ ਅਪਲੋਡ ਕਰਦੀ ਰਹਾਂਗੀ। ਥੈਂਕਸ ਫॉर ਵਾਚਿੰਗ।